ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਸਿਆਸੀ ਮੈਦਾਨ ਦੇ ਵਿੱਚ ਫੁੱਟਬਾਲ ਵਰਗਾ ਹੋਇਆ ਪਿਆ, ਜਿਹੜਾ ਮਰਜ਼ੀ ਜਿੱਧਰੋਂ ਮਰਜ਼ੀ ਕਿੱਕ ਮਾਰ ਦਿੰਦਾ ਹੈ ਔਰ ਇਸ ਗੇਮ ਦੇ ਵਿੱਚ ਨਿਯਮ ਵੀ ਕੋਈ ਨਹੀਂ ਰੱਖਿਆ ਗਿਆ। ਤੁਸੀਂ ਅੱਜ ਕੇਜਰੀਵਾਲ ਦੇ ਨਜ਼ਰੀਏ ਤੋਂ ਗੱਲ ਕਰਨੀ ਹੋਵੇ ਤਾਂ ਕੇਜਰੀਵਾਲ ਸਾਫ਼ ਸੰਕੇਤ ਦੇ ਗਏ ਆ। ਸੂਬਾ ਪੂਰੀ ਸਟੇਟ ਹੈ, ਮੁਕੰਮਲ ਸਟੇਟ ਹੈ ਔਰ ਇੱਥੇ ਮਜ਼ਾ ਆਊਗਾ ਕੰਮ ਕਰਨ ਦਾ। ਤੇ ਤੁਹਾਨੂੰ ਤੇ ਪਤਾ ਹੀ ਹੈ ਕਿ ਸਾਨੂੰ ਕੰਮ ਕਰਨਾ ਆਉਂਦਾ। ਅਰਵਿੰਦ ਕੇਜਰੀਵਾਲ ਦੇਰ ਤੋਂ ਪੰਜਾਬ ਦੇ ਵਿੱਚ ਚਿਹਰੇ ਵਜੋਂ ਅੱਗੇ ਵਧਣਾ ਚਾਹੁੰਦੇ, ਪਰ ਆਲੋਚਨਾ ਇੰਨੀ ਸੀ ਔਰ ਸਵੀਕਾਰੀ ਨਾ ਜਾਣ ਵਾਲੀ ਗੱਲ ਇਹ ਕਹੀ ਜਾਂਦੀ ਸੀ। ਲੇਕਿਨ ਕੇਜਰੀਵਾਲ ਨੇ ਸੰਕੇਤ ਕਰ ਦਿੱਤੇ ਆ, ਸਾਫ਼ ਹੋ ਗਿਆ ਕਿ ਉਹ ਚਿਹਰਾ ਹੋਣਗੇ। ਪੰਜਾਬ ਦੇ ਵਿੱਚ ਦੂਜਾ ਚਿਹਰਾ ਕੋਈ ਨਹੀਂ। ਆਮ ਆਦਮੀ ਪਾਰਟੀ ਇਸ ਕਵਾਇਦ ਵਿੱਚ ਵੀ ਨਹੀਂ ਕਿ ਉਹ ਕੋਈ ਵੱਡਾ ਚਿਹਰਾ ਪੱਟ ਕੇ ਲੈਵੇ। ਸੋ ਕੇਜਰੀਵਾਲ ਦਾ ਅੱਜ ਦਾ ਲਹਿਜਾ, ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੇ ਹਾਵ ਭਾਵ, ਉਹਨਾਂ ਦਾ ਕੌਨਫੀਡੈਂਸ, ਇਹ ਇੱਕ ਇੱਕ ਨੁਕਤੇ ਤੇ ਗੱਲ ਕਰਾਂਗੇ। ਸ਼ਾਇਦ ਭਗਵੰਤ ਮਾਨ ਨੇ ਵੀ ਇਸ ਗੱਲ ਨੂੰ ਹਜਮ ਕਰ ਲਿਆ ਕਿ ਕੇਜਰੀਵਾਲ ਦੇ ਨਾਲ ਦੂਜੇ ਨੰਬਰ ਤੇ ਕੰਮ ਕਰਨ 'ਚ ਮੈਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਕੋਈ ਬਾਹਰੋਂ ਲਿਆ ਕੇ ਚਿਹਰਾ ਮੈਨੂੰ ਦੂਜੇ ਨੰਬਰ ਤੇ ਆਉਣ ਲਈ ਕਹੋਗੇ ਜਾਂ ਮਹਿਜ ਪਾਰਲੀਮੈਂਟ ਦੇ ਵਿੱਚ ਦਿਖਾਵੇ ਮਤ ਰੱਖੋਗੇ, ਮੈਨੂੰ ਮਨਜ਼ੂਰ ਨਹੀਂ। ਲੇਕਿਨ ਭਗਵੰਤ ਮਾਨ ਕੱਲ ਦੇ ਲੈ ਚਾਏ ਲੱਗਦੇ ਆ। ਇੰਜ ਲੱਗਦਾ ਕਿ ਕੋਈ ਅਣਲਿਖਿਆ ਜਿਹਾ ਸਮਝੌਤਾ ਹੋ ਚੁੱਕਿਆ ਤੇ ਕੇਜਰੀਵਾਲ ਨੇ ਆਪਣੇ ਪੱਤੇ ਖੋਲਤੇ ਆ। ਇੱਕ ਇੱਕ ਨੁਕਤੇ ਤੇ ਗੱਲ ਕਰਨੀ ਚਾਹਾਂਗੇ। ਦੂਜਾ ਅਹਿਮ ਪਹਿਲੂ, ਪੰਜਾਬ ਕਾਂਗਰਸ ਦੀ ਸਾਰੀ ਜਿਹੜੀ ਰਣਨੀਤੀ ਸ਼ਿਫਟ ਦਿੱਲੀ 'ਚ ਹੋ ਗਈ। ਇੱਕ ਲੱਤ ਚੰਨੀ ਸਾਹਿਬ ਦੀ ਇੱਥੇ ਤੇ ਦੂਜੀ ਦਿੱਲੀ ਦੇ ਵਿੱਚ। ਲੇਕਿਨ ਚੌਪਰ ਦੇ ਵਿਚਲੀ ਅੱਜ ਦੀ ਤਸਵੀਰ ਜਿਹੜੀ ਆ ਉਹ ਇੱਕ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੀ ਹੈ ਔਰ ਉਹ ਸਲਾਹਕਾਰ ਦਾ ਚੰਨੀ ਜੀ ਦੇ ਨਾਲ ਬੈਠੇ ਹੋਣਾ ਔਰ ਨਾਲ ਹਰੀਸ਼ ਰਾਵਤ ਦਾ ਬੈਠੇ ਹੋਣਾ, ਇਹਦੇ ਕਈ ਅਰਥ ਨੇ। ਇਹਦੇ ਕਈ ਅਰਥ ਨੇ, ਜਿਹੜੇ ਮਰਜ਼ੀ ਤੁਸੀਂ ਲੈ ਲਓ। ਲੇਕਿਨ ਜਾਂ ਤਾਂ ਸਿੱਧੂ ਲਈ ਕੋਈ ਸੁਨੇਹਾ ਹੈ ਸਿੱਧਾ, ਤੇ ਜਾਂ ਅਸਿੱਧਾ, ਤੇ ਜਾਂ ਫਿਰ ਸਿੱਧਾ ਸਿੱਧਾ ਹੀ ਕਹਿਤਾ ਗਿਆ ਕਿ ਇੱਕ ਵੀ ਬੰਦਾ ਸਿੱਧੂ ਦੇ ਨਾਲ ਜਿਹੜਾ ਹੈ ਉਹਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਨਾਲ ਤੋਰ ਲਿਆ ਜਾਵੇ ਜਾਂ ਸਿੱਧੂ ਨੂੰ ਮਨਾਉਣ ਲਈ ਸਲਾਹਕਾਰ ਵਰਤ ਲਏ ਜਾਣ। ਇਹ ਬਹੁਤ ਤਲਖ ਪਹਿਲੂ ਨੇ ਜਿਹੜੇ ਕਾਂਗਰਸ ਹੱਲ ਕਰਨ 'ਚ ਅਜੇ ਤੱਕ ਸਫਲ ਨਹੀਂ ਹੋ ਸਕੀ। ਸੁਖਬੀਰ ਸਿੰਘ ਬਾਦਲ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਦੇ ਜਿਹੜਾ ਐਂਟਰੀ ਗੇਟ ਆ, ਗੋਲਡਨ ਗੇਟ ਆ, ਉਹਦੇ ਤੱਕ BSF ਲਾਏ ਜਾਣ ਦੇ ਖਿਲਾਫ ਅੱਜ ਵੱਡਾ ਮਾਰਚ ਕਰ ਰਹੇ ਆ। ਅਫਸੋਸ ਇਸ ਮੌਕੇ ਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਆ। ਉਹ ਕਾਰਾਂ ਦੇ ਕਾਫਲਿਆਂ ਦੀ ਚਪੇਟ ਵਿੱਚ ਆਉਣ ਕਰਕੇ ਹੁੰਦੀ ਆ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਹੜੇ ਸੰਘੀ ਢਾਂਚੇ ਦੇ ਕੁਝ ਨਿਯਮ ਹੁੰਦੇ ਆ ਔਰ ਫੈਡਰਲ ਸਿਸਟਮ ਦੇ ਵਿੱਚ ਸੂਬਾ ਔਰ ਕੇਂਦਰ ਜਿਸ ਤਰੀਕੇ ਨਾਲ ਚੱਲਣੇ ਚਾਹੀਦੇ ਨਹੀਂ ਚੱਲਦੇ। ਸੁਖਬੀਰ ਸਿੰਘ ਬਾਦਲ ਵਿਰੋਧ ਕਰ ਰਿਹਾ। ਇੱਕ ਵਾਰੀ ਪਹਿਲਾਂ ਉਹਨਾਂ ਸਰਕਾਰ 'ਚ ਹੁੰਦਿਆਂ ਵੀ ਅਟਾਰੀ ਲਾਗੇ ਇੱਕ ਰੈਲੀ ਕਰਕੇ ਕੁਝ ਵਿਰੋਧ ਕੀਤੇ ਸੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਆਮਦ ਤੇ ਹੋਰ ਹਥਿਆਰਾਂ ਦੀ ਆਮਦ ਨੂੰ ਲੈ ਕੇ BSF ਦੇ ਖਿਲਾਫ। ਖੈਰ, ਇਹਨਾਂ ਸਾਰੇ ਮੁੱਦਿਆਂ ਤੇ ਗੱਲ ਕਰਦੇ ਆ ਭਾਸਕਰ ਸਾਹਿਬ। ਸਭ ਤੋਂ ਪਹਿਲਾਂ ਕੇਜਰੀਵਾਲ ਦੀ ਬਾਡੀ ਲੈਂਗੁਏਜ, ਹਾਵ ਭਾਵ ਔਰ ਉਹਨਾਂ ਦੀਆਂ ਅਨਾਉਂਸਮੈਂਟਸ ਤੋਂ ਕੀ ਸਮਝਦੇ ਹੋ? ਕੇਜਰੀਵਾਲ ਇਸ ਪਿੰਡ ਦੇ ਵਿੱਚ ਚਿਹਰੇ ਵਜੋਂ ਕੁੱਦਣਗੇ? ਰੰਧਾਵਾ ਜੀ, ਅਸੀਂ ਪਹਿਲੇ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਕੇਜਰੀਵਾਲ ਆਪ ਨੂੰ ਪੰਜਾਬ ਦੇ ਵਿੱਚ ਨਵੇਂ CM ਦੇ ਚਿਹਰੇ ਦੇ ਰੂਪ ਵਿੱਚ ਆਪਣੇ ਚਿਹਰੇ ਨੂੰ ਦੇਖ ਸਕਦੇ ਨੇ ਜਾਂ ਦੇ ਸਕਦੇ ਨੇ। ਤੁਹਾਨੂੰ ਯਾਦ ਹੋਏਗਾ ਜਦ ਭਗਵੰਤ ਮਾਨ ਉਹਨਾਂ ਨਾਰਾਜ਼ ਹੋ ਕੇ ਦਿੱਲੀ ਗਏ ਸੀ, ਉੱਥੇ ਵੀ ਇਹੀ ਗੱਲ ਚੱਲੀ ਸੀਗੀ ਕਿ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਹੈ, ਜੇ ਤੁਸੀਂ ਹੋ ਤੇ ਫਿਰ ਮੈਂ 2IC ਬਣਨ ਵਾਸਤੇ ਤਿਆਰ ਹਾਂ, ਮੈਂ ਕਿਸੇ ਹੋਰ ਦਾ ਦੂਜੇ ਨੰਬਰ ਤੇ ਨਹੀਂ ਰਹੂੰਗਾ। ਔਰ ਉਹਦੇ ਵਿੱਚ ਵੀ ਕੇਜਰੀਵਾਲ ਉਹਨਾਂ ਨੇ ਭਗਵੰਤ ਮਾਨ ਨੂੰ ਇਸ਼ਾਰਿਆਂ ਦੇ ਵਿੱਚ ਕੁਝ ਗੱਲ ਕਹਿ ਦਿੱਤੀ ਸੀ। ਉਹ ਇਸ਼ਾਰੇ ਅੱਜ ਬਾਹਰ ਆ ਗਏ। ਜਿੱਥੇ ਤੱਕ ਪੰਜਾਬ ਦੇ ਪੋਲੀਟੀਕਲ ਮਾਹੌਲ ਦੀ ਗੱਲ ਹੈ, ਤੁਸੀਂ ਇਹ ਦੇਖੋ ਕਿ ਸਾਰੀ ਪੋਲੀਟੀਕਲ ਪਾਰਟੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜਿਹੜੀ ਰੂਲਿੰਗ ਪਾਰਟੀ ਹੈ ਉਹ ਮਾਹੌਲ ਠੀਕ ਕਰਨ ਦੀ ਗੱਲ ਕਰ ਰਹੀ ਹੈ। ਯਾਨੀ ਕੇਜਰੀਵਾਲ ਉਹਨਾਂ ਦਾ ਪਿਛਲੇ ਮਹੀਨੇ ਦੇ ਵਿੱਚ 3 ਦੌਰੇ, 2-3 ਦਿਨਾਂ ਦੇ, ਜਲੰਧਰ ਆ ਕੇ ਉਹਨਾਂ ਨੇ ਮੰਦਿਰ 'ਚ ਮੱਥਾ ਟੇਕਿਆ। ਉਸ ਤੋਂ ਪਹਿਲੇ ਅੰਮ੍ਰਿਤਸਰ ਵਿੱਚ ਉਹਨਾਂ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਗਏ ਤੇ ਉੱਥੇ ਮੱਥਾ ਟੇਕਿਆ। ਤੇ ਅੱਜ ਬਠਿੰਡੇ ਮਾਨਸੇ ਦੀ ਵਾਰੀ ਸੀ, ਉਸ ਤੋਂ ਪਹਿਲੇ ਲੁਧਿਆਣੇ ਦੀ ਵਾਰੀ ਸੀ। ਗੱਲਾਂ ਤਕਰੀਬਨ ਸਾਰੀ ਜਗ੍ਹਾ ਇੱਕੋ ਹੀ ਕਰ ਰਹੇ ਨੇ। ਜਦ ਪੱਤਰਕਾਰ ਸਵਾਲ ਪੁੱਛਦੇ ਨੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਏਗਾ, ਤੇ ਹੁਣ ਜਿਹੜੀ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀਤੀ ਸੀ ਕਿ ਇੱਕ ਸਿੱਖ ਚਿਹਰਾ ਪੰਜਾਬ ਦੇ ਵਿੱਚ ਜਿਹਨੂੰ
ਸਾਰੇ ਲੋਕ ਪਿਆਰ ਕਰਦੇ ਹੋਣਗੇ, ਉਹ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਆਪ ਵੱਲੋਂ ਪ੍ਰੋਜੈਕਟ ਕੀਤਾ ਜਾਏਗਾ। ਪਰ ਜੀ ਉਹ ਗੱਲ ਬਾਅਦ ਚੋਂ ਉਹ ਛੋਟੀ ਕਰਦੇ ਨੇ, ਔਰ ਅੱਜ ਆਪਣੇ ਭਾਸ਼ਣ ਦੇ ਵਿੱਚ ਇਸ ਗੱਲ ਨੂੰ ਤਕਰੀਬਨ ਕਲੀਅਰ ਹੀ ਕਰ ਦਿੰਦੇ ਨੇ ਕਿ ਪੰਜਾਬ ਵਿੱਚ ਕੰਮ ਕਰਨ ਦਾ ਮਜ਼ਾ ਆਏਗਾ। ਪੰਜਾਬ ਇੱਕ ਫੁੱਲ ਸਟੇਟ ਹੈ, ਔਰ ਜਿਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਆਉਂਦਾ ਹੈ, ਜਿਸ ਤਰੀਕੇ ਨਾਲ ਕਰਪਸ਼ਨ ਨੂੰ ਅਸੀਂ ਦਿੱਲੀ ਤੋਂ ਖਤਮ ਕੀਤਾ ਹੈ, ਉੱਦਾਂ ਹੀ ਪੰਜਾਬ ਦੇ ਵਿੱਚ ਵੀ ਕਰਪਸ਼ਨ ਨੂੰ ਵੀ ਖਤਮ ਕਰਨਗੇ। ਔਰ ਨਾਲ ਦੇ ਨਾਲ ਬਿਜਲੀ ਦੀ ਸਪਲਾਈ 24 ਘੰਟੇ, ਬਿਜਲੀ ਸਸਤੀ, ਔਰ ਜਿਹੜੀ ਗਰੰਟੀਆਂ ਪਹਿਲੇ ਦਿੱਤੀ ਸੀਗੀ ਉਹਨਾਂ ਨੇ, ਉਹਨਾਂ ਗਰੰਟੀਆਂ ਤੋਂ ਹੋਰ ਵੱਧ ਗਰੰਟੀ ਦੇਣ ਦੀ ਵੀ ਗੱਲ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਹੀ। ਪਰ ਚਲੋ ਇਹਨਾਂ ਸਾਰੀ ਗੱਲਾਂ ਦੇ ਵਿੱਚੋਂ ਜਿਹੜੀ ਆਹ ਗੱਲ ਸੀ ਨਾ, ਜਿਹੜੀ ਤੁਸੀਂ ਫੜ ਲਈ ਕਿ ਵੀ ਆ ਜਿਹੜਾ ਫੁੱਲ ਸਟੇਟ ਹੈਗੀ ਹੈ, ਕੰਮ ਕਰਨ ਦਾ ਮਜ਼ਾ ਆਏਗਾ। ਔਰ ਉਸ ਟਾਈਮ ਭਗਵੰਤ ਮਾਨ ਉਹਨਾਂ ਦੇ ਅਗਰ ਚਿਹਰੇ ਦੇ ਉੱਤੇ ਤੁਸੀਂ ਨਜ਼ਰ ਪਾਈ ਹੋਏਗੀ ਨਾ, ਹਲਕੀ ਜਿਹੀ ਮਾਯੂਸੀ ਵੀ ਸੀ, ਖੁਸ਼ੀ ਵੀ ਸੀ, ਕਿਉਂਕਿ ਜਿਹੜੀ ਗੱਲ ਉਹ ਦਿੱਲੀ ਕਹਿ ਕੇ ਆਏ ਸੀ ਨਾ, ਜੇ ਜੀ ਤੁਸੀਂ ਆਓਗੇ ਫਿਰ ਮੈਂ ਦੂਜੇ ਨੰਬਰ ਤੇ ਤਿਆਰ ਹਾਂ, ਨਹੀਂ ਤੇ ਮੇਰੇ ਉੱਤੇ ਕੋਈ ਪਹਿਲੇ ਨੰਬਰ ਤੇ ਬਹਾ ਦੋਗੇ ਤੇ ਮੈਨੂੰ ਔਖਾ ਹੋਏਗਾ। ਉਹ ਭਾਸਕਰ ਜਿੱਦਾਂ ਸਾਹਿਬ, ਹੁਣ ਅੱਜ ਇੱਕ ਸੰਕਟ ਵੀ ਰਿਹਾ। ਅੱਜ ਕੇਜਰੀਵਾਲ ਨੂੰ ਸ਼ਾਇਦ ਜਿਹੜੀ ਸਥਾਨਕ ਲੀਡਰਸ਼ਿਪ ਸੀ, ਜਿਹੜੀ ਅਮੂਮਨ ਜਿਹੜੀ ਕੰਨ ਦੇ ਵਿੱਚ ਫੂਕ ਮਾਰ ਹੀ ਜਾਂਦੀ ਹੈ, ਉਹਦੇ ਵੱਲੋਂ ਕੁਝ ਇੱਕ ਐਸੀਆਂ ਲੋਕਲ ਕਾਂਗਰਸ ਦੀ ਲੀਡਰਸ਼ਿਪ ਸੰਬੰਧੀ ਖਬਰਾਂ ਦਿੱਤੀਆਂ ਗਈਆਂ ਜਿਹੜੀਆਂ ਉਹਨਾਂ ਸਟੇਜ ਤੋਂ ਬੋਲੀਆਂ, ਜਿਹਦੇ ਵਿੱਚ ਉਹਨਾਂ ਨੇ ਇੱਕ ਨਾਂ ਲੈ ਕੇ ਕਿਹਾ ਜੋ ਟੈਕਸ। ਉਹਦੇ ਸੰਬੰਧ ਦੇ ਵਿੱਚ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਆ, ਜਿਹੜਾ ਉਹਨਾਂ ਤੇ ਉੱਤੇ ਨਿਸ਼ਾਨਾ ਸਾਧਿਆ, ਇਹਦੇ ਲਈ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਸਕਦਾ। ਕਿਉਂਕਿ ਹੁਣ ਤੋਂ ਥੋੜੀ ਦੇਰ ਪਹਿਲਾਂ ਜੈਜੀਤ ਸਿੰਘ ਜੌਹਲ, ਜਿਹੜੇ ਮਨਪ੍ਰੀਤ ਬਾਦਲ ਦੇ ਸਾਲਾ ਸਾਹਿਬ ਨੇ, ਰਾਜਨੀਤੀ ਵਿੱਚ ਅੱਜ ਕੱਲ ਇਹਨਾਂ ਰਿਸ਼ਤੇਦਾਰੀਆਂ ਦਾ ਵੀ ਬੜਾ ਭਾਰੀ ਵਜ਼ਨ ਬਣ ਗਿਆ। ਉਹਨਾਂ ਨੇ ਸਾਫ਼ ਐਲਾਨ ਕਰਤਾ ਹੈ ਕਿ ਮੈਂ ਆਪਣੇ ਵਕੀਲਾਂ ਨਾਲ ਰਾਏ ਕਰ ਲਈ ਆ ਤੇ 1-2 ਦਿਨ ਦੇ ਵਿੱਚ ਅਸੀਂ ਇਹਨਾਂ ਨੂੰ ਬਠਿੰਡੇ ਦੀਆਂ ਗੇੜੀਆਂ ਲਈ ਤਿਆਰ ਕਰ ਲਾਂਗੇ। ਪਿਛਲੀ ਵਾਰੀ ਸਾਡੀ ਇੱਕ ਰਿਸ਼ਤੇਦਾਰੀ ਨੇ ਮਾਫ ਕਰਤਾ ਸੀ, ਉਹਨਾਂ ਦਾ ਸਾਫ਼ ਮਤਲਬ ਸੀ ਬਿਕਰਮ ਮਜੀਠੀਆ ਤੋਂ, ਜਿਹੜਾ ਅੰਮ੍ਰਿਤਸਰ ਦੇ ਵਿੱਚ ਡਰੱਗ ਮਾਮਲਿਆਂ ਦਾ ਕੇਸ ਸੀ, ਜਿਹਦੇ ਵਿੱਚ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਟਿੱਪਣੀਆਂ ਕੀਤੀਆਂ ਸੀ ਪਿਛਲੀ ਇਲੈਕਸ਼ਨ 'ਚ, ਤੇ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗ ਕੇ ਡੈਫਾਮੇਸ਼ਨ ਦੇ ਕੇਸ 'ਚੋਂ ਜਾਨ ਛਡਾਈ ਸੀ। ਐਤਕੀ ਮੈਨੂੰ ਲੱਗਦਾ ਬਠਿੰਡੇ ਦੇ ਵਿੱਚ ਵੀ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਸੰਮਣ ਹੋਣ ਵਾਲੀ ਗੱਲ ਜਾਂ ਉਦਾਂ ਦੀਆਂ ਗੱਲਾਂ ਗਾਂ ਤੁਰ ਪੈਣਗੀਆਂ। ਕੇਜਰੀਵਾਲ ਇਸ ਵਾਰੀ, ਕਿਉਂਕਿ ਜਿਹੜਾ ਜੈਜੀਤ ਸਿੰਘ ਜੌਹਲ ਕਹਿ ਰਹੇ, ਉਹ ਕਹਿੰਦੇ ਇਦਾਂ ਐਤਕਾਂ ਮਾਫੀ ਨਹੀਂ ਦੇਣੀ, ਐਤਕਾਂ ਮਾਫੀ ਨਾਲ ਗੱਲ ਨਹੀਂ ਬਣਨੀ, ਇਹ ਤਾਂ ਫੈਸਲੇ ਹੋਣਗੇ, ਗੇੜੀਆਂ ਲੱਗਣਗੀਆਂ। ਸੋ ਇਹ ਸਿਆਸਤ ਦੇ ਵਿੱਚ ਇਹ ਵਰਤਾਰਾ ਬੜਾ ਅਜੀਬ ਕਿਸਮ ਦਾ ਹੈ। ਇਹ ਦੋਸ਼ ਪ੍ਰਤੀ ਦੋਸ਼ ਜਿਹੜੇ ਆ ਔਰ ਨਿੱਜੀ ਪੱਧਰ ਦੇ ਉੱਤੇ ਚਲੇ ਜਾਣਾ, ਇਹ ਚੀਜ਼ਾਂ ਬੜੀਆਂ ਆਮ ਹੋ ਗਈਆਂ। ਜੇਕਰ ਕੋਈ ਗਲਤ ਹੋ ਰਿਹਾ, ਉਹਦੇ ਖਿਲਾਫ ਕੋਈ ਸਬੂਤ ਹੈ, ਉਹਦੇ ਖਿਲਾਫ ਪਰਚਾ ਦਰਜ ਕਰਾਉਣ ਲਈ ਥਾਣੇ 'ਚ ਜਾਓ, ਸਬੂਤ ਲੈ ਕੇ ਜਾਓ, ਕੋਰਟਾਂ 'ਚ ਜਾਓ, ਬਣਦਾ ਹੈ। ਲੇਕਿਨ ਆਹ ਜਿਹੜੀ ਗੇਮ ਆ ਵੀ ਤੁਸੀਂ ਦੋਸ਼ ਲਾ ਕੇ ਭੱਜ ਜਾਓ ਤੇ ਮੁੜ ਕੇ ਫਿਰ ਅਦਾਲਤਾਂ ਦੇ ਵਿੱਚ ਮਾਫੀ ਮੰਗ ਕੇ ਭੱਜ ਜਾਓ, ਇਹਦੇ ਵਿੱਚ ਤੁਹਾਨੂੰ ਪਤਾ ਇੱਕ LOP ਦੀ ਪੋਸਟ ਚਲੇਗੀ, ਸੁਖਪਾਲ ਸਿੰਘ ਖਹਿਰਾ ਦਾ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚੋਂ। ਉਹ ਮੁੱਖ ਮੰਤਰੀ ਬਣਦੇ ਬਣਦੇ ਹੁਣ MLA ਬਣਨ ਦੀ ਸਥਿਤੀ ਦੇ ਵਿੱਚ ਵੀ ਖਰਾਬ ਜੀ ਜਿਹੜੀ ਉਹਨਾਂ ਦੀ ਇਨਿੰਗ ਹੈਗੀ ਆ, ਉਹਦੇ 'ਚ ਫਸੇ ਹੋਏ ਆ। ਖੈਰ, ਇਹ ਜਿਹੜੀਆਂ ਦੋਸ਼ ਪ੍ਰਦੋਸ਼ ਦੀਆਂ ਗੱਲਾਂ ਨੇ, ਇਹਦੇ ਤੇ ਵੀ ਜਰਾ ਚਾਨਣਾ ਪਾਇਓ। ਰੰਧਾਵਾ ਜੀ, ਜਿਹੜੀ ਜੋ ਟੈਕਸ ਦੀ ਗੱਲ ਕਰਦੇ ਨੇ ਕੇਜਰੀਵਾਲ ਉਹਨਾਂ ਆਪਣੀ ਸਿਆਸੀ ਸਟੇਜ ਤੋਂ, ਜੇ ਬਠਿੰਡੇ ਵੱਲੋਂ ਪਾਸੋਂ ਕੋਈ ਤੁਹਾਨੂੰ ਮਿਲਦਾ ਗਿਲਦਾ ਰਹੇ ਤੇ ਜੋ ਟੈਕਸ ਹੈ ਕੀ ਚੀਜ਼, ਇਹ ਸਾਨੂੰ ਤਾਂ ਨਹੀਂ ਪਤਾ, ਪਰ ਮਸ਼ਹੂਰ ਬੜੀ ਹੈ। ਤੁਸੀਂ ਜਿਹੜੇ ਮਰਜ਼ੀ ਪੋਲੀਟੀਸ਼ੀਅਨ ਨੂੰ ਪੁੱਛ ਲਓ, ਉਹ ਕੋਈ ਜੋ ਟੈਕਸ ਦੀ ਗੱਲ ਕਰਦਾ ਹੈ। ਉਹ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਜੋ ਨਾਂ ਕਿਹਦਾ ਹੈਗਾ, ਪਰ ਚਲੋ ਹੁਣ ਪਤਾ ਲੱਗ ਗਿਆ। ਪਰ ਉਹ ਜੋ ਟੈਕਸ ਹੈ ਕਿ ਕਿੱਦਾਂ ਵਸੂਲਿਆ ਜਾਂਦਾ ਹੈ, ਕੁਝ ਗੱਲਾਂ ਪਤਾ ਹੈ, ਕੁਝ ਗੱਲਾਂ ਆਪਾਂ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਉਹ ਸਾਡੇ ਖਿਲਾਫ ਹੀ ਉਹ ਕੋਈ ਜਿਹੜਾ ਪਰਚਾ ਨਹੀਂ, ਪਰ ਮੈਂ ਸਮਝਦਾ ਕਿ ਸੁਣੀ ਸੁਣਾਈ ਗੱਲ ਦੇ ਉੱਤੇ ਸਾਨੂੰ ਵੀ ਕਿਉਂ ਕਹਿਣਾ। ਮੈਂ ਤੁਹਾਡੇ ਨਾਲ ਵੀ ਇਤਫਾਕ ਨਹੀਂ ਰੱਖਦਾ। ਕੌਣ ਕਹਿੰਦਾ, ਕਿਉਂ ਕਹਿੰਦਾ, ਅਸੀਂ ਉਸ ਗੱਲ 'ਚ ਨਾ ਜਾਈਏ। ਜਿਹੜਾ ਕਹਿੰਦਾ ਉਹ ਕਹਿਣ ਦੀ ਬਜਾਏ ਐਕਸ਼ਨ ਕਿਉਂ ਨਹੀਂ ਕਰਦਾ? ਉਹ ਕਿਉਂ ਨਹੀਂ ਕਿਸੇ ਅਦਾਲਤ ਵਿੱਚ ਜਾਂਦਾ? ਉਹ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਜਨਤਕ ਕਰ ਦਿੰਦਾ? ਮੈਂ ਭਾਸਕਰ ਸਾਹਿਬ ਤੁਹਾਡੇ ਨਾਲ ਇਸ ਮਾਮਲੇ 'ਚ ਬਿਲਕੁਲ ਸਹਿਮਤ ਨਹੀਂ। ਇਹ ਜਿਹੜੀ ਸਥਿਤੀ ਆ, ਇਹ ਸਾਫ਼ ਹੋਣੀ ਚਾਹੀਦੀ ਹੈ। ਜੇ ਕੋਈ ਗਲਤ ਕੰਮ ਕਰ ਰਿਹਾ, ਗੈਰ ਕਾਨੂੰਨੀ ਕਰ ਰਿਹਾ, ਉਹਨੂੰ ਟੰਗੋ। ਇੱਕ ਥਾਂ ਨਹੀਂ ਕੋਈ ਸੁਣਦਾ, ਦੂਜੇ ਥਾਂ ਚਲੇ ਜਾਓ, ਦੂਜੇ ਨਹੀਂ ਤੀਜੇ ਥਾਂ ਚਲੇ ਜਾਓ। ਤੱਥ ਲਿਆ ਕੇ ਰੱਖੋ ਨਾ, ਸਬੂਤ ਦਿਓ, ਦਸਤਾਵੇਜ਼ ਦਿਓ, ਤੇ ਲੋਕ ਆਪਣੇ ਆਪ ਬਖਸ਼ਦੇ ਥੋੜੀ ਹੁੰਦੇ। ਅੱਜ ਕੱਲ ਸੋਸ਼ਲ ਮੀਡੀਆ, ਲੇਕਿਨ ਜਿਹੜੀ ਕਈ ਗੱਲ ਆ, ਕਈ ਸੁਣਾਈ ਗੱਲ ਆ, ਉਹਦੇ ਉੱਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਦਾ ਬੇੜਾ ਗਰਕ ਵੀ ਇਸੇ ਕਰਕੇ ਹੋਇਆ। ਕੋਈ ਬੌਦਰ ਹੀ ਨਹੀਂ ਕਰਦਾ, ਕਹਿੰਦੇ ਯਾਰ ਦੋਸ਼ ਤਾਂ ਲੱਗਦੇ ਹੀ ਰਹਿੰਦੇ। ਦੱਸਿਓ ਜ਼ਰਾ। ਨਹੀਂ, ਬਿਲਕੁਲ ਠੀਕ ਗੱਲ ਹੈਗੀ ਹੈ, ਕਿਉਂਕਿ ਪਿਛਲੇ ਦਿਨੋਂ ਤੁਸੀਂ ਦੇਖਿਆ ਹੋਏਗਾ ਰਾਜਾ ਵੜਿੰਗ ਉਹਨਾਂ ਨੇ ਕੁਝ ਐਦਾਂ ਦੇ ਐਲੀਗੇਸ਼ਨ ਲਾਏ ਸੀ।
ਫਿਰ ਜੀ ਦੂਜੇ ਪਾਸੋਂ ਰਾਜਾ ਵੜਿੰਗ ਦੇ ਉੱਤੇ ਵੀ ਕੁਝ ਏਦਾਂ ਦੇ ਐਲੀਗੇਸ਼ਨ ਲਾਏ। ਚਲੋ ਇਹ ਤੇ ਇੰਟਰਨਲ ਪਾਰਟੀ ਦਾ ਮਾਮਲਾ ਸੀਗਾ, ਪਰ ਜੋ ਟੈਕਸ ਦੀ ਗੱਲ ਅਗਰ ਕੇਜਰੀਵਾਲ ਉਹਨਾਂ ਸਿਆਸੀ ਸਟੇਜਾਂ ਤੋਂ ਕਰਦੇ ਨੇ, ਉਹ ਵੀ ਬਠਿੰਡੇ ਦੇ ਵਿੱਚ, ਤੇ ਬਠਿੰਡੇ ਦੇ ਲੋਕ ਸਮਝ ਤੇ ਜਾਂਦੇ ਨੇ, ਔਰ ਇਹ ਗੱਲ ਜੋ ਉਹਨਾਂ ਨੂੰ ਵੀ ਸਮਝ ਆ ਗਈ। ਤਾਂ ਹੀ ਕਰਕੇ ਹੁਣ ਡੈਫੇਮੇਸ਼ਨ ਕੇਸ ਦੀ ਗੱਲਾਂ ਚੱਲੀਆਂ। ਇਹ ਗੱਲਾਂ ਕਿੱਥੇ ਤੱਕ ਜਾਂਦੀ ਹੈ, ਕਿਉਂਕਿ ਪਹਿਲੇ ਮਜੀਠੀਆ ਉਹਨਾਂ ਦੇ ਖਿਲਾਫ ਕੁਝ ਏਦਾਂ ਦੇ ਹੀ ਐਲੀਗੇਸ਼ਨ, ਖਾਸ ਕਰਕੇ ਡਰੱਗ ਦੇ ਐਲੀਗੇਸ਼ਨ ਕੇਜਰੀਵਾਲ ਉਹਨਾਂ ਨੇ ਸਿਆਸੀ ਸਟੇਜਾਂ ਤੋਂ ਲਾਏ ਸੀ 2017 ਤੋਂ ਪਹਿਲੇ। ਔਰ ਉਹਨਾਂ ਨੇ ਆਪਣੇ ਵੋਲੰਟੀਅਰਸ ਨੂੰ ਇੱਥੇ ਤੱਕ ਕਹਿਤਾ ਸੀ ਕਿ ਹਰ ਪਿੰਡ ਦੇ ਬਾਹਰ, ਹਰ ਸ਼ਹਿਰ ਦੇ ਬਾਹਰ ਇਹ ਪੋਸਟਰ ਲਾ ਦਿਓ। ਹਾਂ, ਮੈਂ 1000 ਵਾਰ ਕਹੂੰਗਾ ਕਿ ਮਜੀਠੀਆ ਉਹਨਾਂ ਦੇ ਖਿਲਾਫ ਜਿਹੜੀ ਗੱਲ ਉਹ ਕਰਦੇ ਹੁੰਦੇ ਸੀ, ਮੈਂ 1000 ਵਾਰ ਕਹੂੰਗਾ ਕਿ ਮਜੀਠੀਆ ਉਹਨਾਂ ਡਰੱਗ ਲਾਟ ਹੈਗੇ ਨੇ। ਪਰ ਬਾਅਦ ਚੋਂ ਜਦ ਡੈਫੇਮੇਸ਼ਨ ਕੇਸ ਹੋਇਆ, ਮਾਫੀਆਂ ਮੰਗ ਕੇ ਜਦ ਜਾਨ ਛੁਡਾਈ, ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਉਹਨਾਂ ਦਾ ਵੀ ਪੰਗਾ ਇਸ ਗੱਲ ਤੇ ਹੀ ਪਿਆ ਸੀ ਉਹਨਾਂ ਦੇ ਨਾਲ ਕਿ ਬਿਨਾਂ ਕੌਨਫੀਡੈਂਸ ਵਿੱਚ ਲਿੱਤੇ ਹੋਏ, ਯਾਨੀ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਪੋਲਿਟਿਕਸ ਨੂੰ ਝੇਲਣਾ ਉਹਨਾਂ ਨੂੰ ਪੈਂਦਾ ਹੈ। ਜੇ ਕੇਜਰੀਵਾਲ ਉਹਨਾਂ ਚੁੱਪ ਚਪੀਤੇ ਅਗਰ ਕੋਈ ਮਾਫੀ ਮੰਗ ਕੇ ਆਪਣੀ ਜਾਨ ਛੁਡਾ ਕੇ ਭੱਜ ਜਾਂਦੇ ਨੇ, ਤੇ ਇਹਦਾ ਵੀ ਜਵਾਬ ਸਾਨੂੰ ਲੋਕਾਂ ਨੂੰ ਦੇਣਾ ਚਾਹੀਦਾ ਹੈ। ਖੈਰ, ਇਸ ਮੁੱਦੇ ਤੇ ਗੱਲ ਵੱਧਦੀ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਤੋਂ ਹਟਾ ਦਿੱਤਾ ਗਿਆ, ਔਰ ਮਾਫੀਆਂ ਜਦ ਕੇਜਰੀਵਾਲ ਉਹਨਾਂ ਨੇ ਮਜੀਠੀਆ ਸਾਹਿਬ ਤੋਂ ਮੰਗੀ ਸੀ, ਤੇ ਏਦਾਂ ਦੀ ਬਹੁਤ ਸਾਰੀ ਮਾਫੀਆਂ, ਕਹਿੰਦੇ 21-22 ਮਾਫੀਆਂ ਸੀਗੀ। ਉਹ ਬੀਜੇਪੀ ਦੇ ਵੀ ਬੜੇ ਸਾਰੇ ਆਗੂ ਸੀਗੇ, ਜਿਨ੍ਹਾਂ ਦੇ ਵਿੱਚ ਜੇਟਲੀ ਸਾਹਿਬ ਦਾ ਵੀ ਨਾਂ ਸੀਗਾ, ਗੜਕਰੀ ਉਹਨਾਂ ਦਾ ਵੀ ਨਾਂ ਸੀਗਾ, ਜਿਨ੍ਹਾਂ ਦੇ ਖਿਲਾਫ ਉਹ ਐਲੀਗੇਸ਼ਨ ਨੂੰ ਲਾ ਕੇ ਆਪਣੇ ਘਰ ਬਹਿ ਗਏ ਸੀਗੇ। ਉਹ ਮਾਫੀਆਂ ਉਹਨਾਂ ਨੇ ਇੱਕ ਰਾਤ ਬਹਿ ਕੇ ਸਾਰੀ ਮਾਫੀਆਂ ਇਕੱਠੀ ਲਿਖਤੀ ਸੀਗੀ। ਪਰ ਹੁਣ ਜੋ ਵਾਲੇ ਮੁੱਦੇ ਦੇ ਉੱਤੇ ਕੀ ਉਹਨਾਂ ਨੂੰ ਮਾਫੀ ਮੰਗਣੀ ਪਏਗੀ, ਕਿਉਂਕਿ ਇਹਨਾਂ ਗੱਲਾਂ ਦੇ ਕੋਈ ਲੀਗਲ ਸਬੂਤ ਨਹੀਂ ਹੁੰਦੇ। ਇਹ ਤੇ ਇੱਕ ਜੁਮਲੇ ਹੁੰਦੇ ਨੇ, ਇਹ ਤੇ ਇੱਕ ਪੋਲੀਟੀਕਲ ਐਲੀਗੇਸ਼ਨਸ ਹੁੰਦੇ ਨੇ, ਜਿਹੜੇ ਚੋਣਾਂ ਦੇ ਟਾਈਮ ਹਰ ਪੋਲੀਟੀਕਲ ਪਾਰਟੀ, ਹਰ ਪੋਲੀਟੀਸ਼ੀਅਨਸ ਦੂਜੇ ਦੇ ਉੱਤੇ ਲਾਉਂਦਾ ਹੁੰਦਾ ਹੈ, ਤਾਂ ਕਿ ਉਸ ਇਲਾਕੇ ਦੀ ਜਨਤਾ ਨੂੰ ਥੋੜਾ ਜਿਹਾ ਐਨਥਿਊਜ਼ ਕਰ ਸਕੀਏ। ਚਲੋ, ਆ ਪੋਲੀਟੀਕਲ ਗੱਲਾਂ ਹੈਗੀਆਂ, ਸਮਝ ਸਾਨੂੰ ਸਾਰੀਆਂ ਆਉਂਦੀਆਂ, ਪਰ ਅੱਗੇ ਚੱਲ ਕੇ ਇਹ ਕਿਹੜੇ ਪੋਲੀਟੀਕਲ ਕਲਰਸ ਲੈਂਦੇ ਆ, ਉਹਦੇ ਉੱਤੇ ਵੀ ਸਾਡੀ ਨਜ਼ਰ ਬਣੀ ਰਹੀ। ਬਿਲਕੁਲ ਠੀਕ ਹੈ, ਲੇਕਿਨ ਇਹ ਜਿਹੜੇ ਸਿਆਸੀ ਲੋਕ ਬੜੇ ਤੇਜ਼ ਤਰਾਰ ਹੁੰਦੇ ਆ, ਜਦੋਂ ਕਿਸੇ ਦਾ ਅੱਧਾ ਕੋ ਨਾਂ ਲੈ ਕੇ ਬੋਲਦੇ ਆ ਤੇ ਸੰਕੇਤਕ ਭਾਸ਼ਾ 'ਚ ਬੋਲਦੇ ਆ। ਇਹਨਾਂ ਨੂੰ ਵੀ ਪਤਾ ਕਿ ਅਦਾਲਤਾਂ ਦੇ ਵਿੱਚ ਇੱਥੋਂ ਨਿਕਲਣਾ ਕਿਵੇਂ ਆ ਤੇ ਨਿਕਲਿਆ ਕਿਵੇਂ ਜਾਣਾ। ਉਹਨਾਂ ਨੇ ਸਾਰੇ, ਮੈਂ ਹੁਣ ਇੱਕ ਪੰਜਾਬੀ ਦੀ ਬੋਲੀ ਬੜੀ ਮਾੜੀ ਜੀ ਆ, ਪਤਾ ਨਹੀਂ ਚੰਗੀ ਆ ਕਿ ਮਾੜੀ ਆ, ਕਹਿੰਦੇ ਜਿੰਨਾ ਤੰਗ ਸਵਾਈਆਂ ਹੁੰਦੀਆਂ ਰਾਹ ਵੀ ਰੱਖੇ ਹੁੰਦੇ ਆ। ਸੋ ਮੇਰਾ ਮਤਲਬ ਹੈ ਕਿ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਪਤਾ ਕਿ ਗੇਮ ਕਿੱਦਾਂ ਖੇਡਣੀ, ਕਾਨੂੰਨ ਨੂੰ ਕਿਵੇਂ ਆਰ ਪਾਰ ਦੀ ਹੋ ਕੇ ਲੰਘਣਾ, ਕਿਵੇਂ ਸਕੰਜੇ ਤੋਂ ਬਚੇ ਰਹਿਣਾ। ਕੇਜਰੀਵਾਲ ਜਦੋਂ ਇਹ ਜੋ ਟੈਕਸ ਦੀ ਗੱਲ ਕਰਦੇ ਆ ਤੇ ਸੋਚ ਸਮਝ ਕੇ ਕਿਸੇ ਵਕੀਲ ਨਾਲ ਗੱਲ ਕਰਕੇ ਕੀਤੀ ਹੋਊਗੀ, ਕਈ ਤੌਰ ਤਰੀਕੇ ਨਾਲ ਲੱਭੇ ਹੁੰਦੇ ਆ। ਇਹ ਕਿਹੜਾ ਕਿਸੇ ਦਾ ਨਾਮ ਆ ਜੀ, ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਤੇ ਇਹ ਚਲੋ ਖੈਰ ਛੱਡ ਦਿੰਦੇ ਆ। ਲੇਕਿਨ ਇਸ ਵੇਲੇ ਸਭ ਤੋਂ ਅਹਿਮ ਸਵਾਲ ਸੀ ਕਿ ਕੇਜਰੀਵਾਲ ਦੀ ਸਪੀਚ ਜਿੰਨਾ ਨਹੀਂ ਸੁਣੀ, ਦੁਬਾਰਾ ਸੁਣ। ਉਹ ਜਿਸ ਤਰ੍ਹਾਂ ਦੀ ਗਰੰਟੀ ਦੇ ਰਹੇ ਆ, ਉਹ ਆਪਣੇ ਦਮਖਮ ਤੇ ਦੇ ਰਹੇ ਆ, ਉਹ ਆਪਣੀ ਪਾਰਟੀ ਦੇ ਦਮਖਮ ਤੇ ਬਿਲਕੁਲ ਨਹੀਂ ਦੇ ਰਹੇ, ਉਹ ਪੰਜਾਬ ਦੇ ਲੀਡਰਸ਼ਿਪ ਦੇ ਦਮਖਮ ਤੇ ਬਿਲਕੁਲ ਨਹੀਂ ਦੇ ਰਹੇ, ਕਿਸੇ ਦਾ ਉਹ ਨਾਂ ਨਹੀਂ ਲੈ ਰਹੇ ਪੰਜਾਬ ਦੇ ਵਿੱਚੋਂ। ਉਹ ਕਹਿ ਰਹੇ ਕਿ ਮੈਂ ਕਰਾਂਗਾ। ਮੈਂ ਕਰਨ ਦਾ ਮਤਲਬ ਬੜਾ ਸਾਫ਼ ਹੁੰਦਾ, ਬੜਾ ਕਲੀਅਰ ਹੁੰਦਾ। ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਇਹ ਪੂਰੀ ਸਟੇਟ ਹੈ, ਮੈਂ ਇਸ ਸਟੇਟ ਦੇ ਵਿੱਚ ਬਤੌਰ ਮੁੱਖ ਮੰਤਰੀ ਕੰਮ ਕਰਕੇ ਮੈਂ ਬਾਕੀ ਸਾਰੇ ਦੇਸ਼ ਨੂੰ ਇਹ ਸਮਝਾਉਣਾ ਚਾਹੁੰਦਾ ਕਿ 24 ਦੇ ਵਿੱਚ ਨਰਿੰਦਰ ਮੋਦੀ ਦੇ ਮੁਕਾਬਲੇ ਤੇ ਮੈਂ ਵੀ ਇੱਕ ਫੇਸ ਹੈ। ਮੈਂ ਉਸ ਬਹੁਗਿਣਤੀ ਦਾ ਚਿਹਰਾ ਹੈ, ਜਿਹੜੀ ਬਹੁਗਿਣਤੀ ਅਕਸਰ ਪਾਰਟੀਆਂ ਦੇ ਵਿੱਚ, ਭਾਵੇਂ ਕਾਂਗਰਸ ਹੋਵੇ ਭਾਵੇਂ ਉਹ ਬੀਜੇਪੀ ਹੋਵੇ, ਉਹਦੇ ਵਿੱਚ ਅੰਕੀ ਜਾਂਦੀ ਹੈ। ਸੋ ਕੇਜਰੀਵਾਲ ਆਪਣੇ ਆਪ ਨੂੰ ਉਸ ਤਰ੍ਹਾਂ ਪੇਸ਼ ਕਰਨ ਲਈ ਇੱਕ ਮੰਚ ਮੰਗਦੇ ਆ, ਔਰ ਉਹ ਮੰਚ ਪੰਜਾਬ ਦੀ ਰਾਜਨੀਤੀ ਦਾ ਮੰਚ ਹੈ, ਪੂਰੀ ਸਟੇਟ ਦਾ ਮੰਚ ਹੈ। ਕਰਪਸ਼ਨ ਫਰੀ ਔਰ ਪੰਜਾਬ ਦੇ ਲੋਕਾਂ ਨੂੰ ਬਿਹਤਰ ਰਾਜ ਦੇਣ ਦੀ ਉਹ ਗੱਲ ਕਰਦੇ ਆ। ਕ੍ਰਾਈਮ ਨੂੰ ਬਿਲਕੁਲ ਸਿਰਿਓਂ ਖਤਮ ਕਰਨ ਦੀ ਗੱਲ ਕਰਦੇ ਆ। ਵਪਾਰੀਆਂ ਨੂੰ ਉਹ ਕਹਿ ਰਹੇ ਤੁਹਾਡੇ ਤੋਂ ਪੈਸੇ ਨਹੀਂ ਚਾਹੀਦੇ, ਸਾਨੂੰ ਟੈਕਸ ਨਹੀਂ, ਸਾਨੂੰ ਤੁਸੀਂ ਰੁਜ਼ਗਾਰ ਪੈਦਾ ਕਰਕੇ ਦਿਓ, ਤੁਸੀਂ ਸਾਨੂੰ ਕਾਰੋਬਾਰ ਪੈਦਾ ਕਰਕੇ ਦਿਓ। ਸਾਫ਼ ਲਫ਼ਜ਼ਾਂ ਦੇ ਵਿੱਚ ਉਹ ਕਹਿੰਦੇ ਕਿ 1 ਅਪ੍ਰੈਲ ਤੋਂ ਬਾਅਦ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ, ਮੈਂ ਬੈਠਾ ਹੈ ਨਾ। ਸੋ ਜਿਹੜੀ ਭਾਸ਼ਾ ਹੈ, ਜਿਹੜਾ ਆਤਮ ਵਿਸ਼ਵਾਸ ਹੈ, ਜਿਹੜੀ ਬਾਡੀ ਲੈਂਗੁਏਜ ਹੈ, ਜਿਹੜੇ ਚਿਹਰੇ ਦੇ ਹਾਵ ਭਾਵ ਹੈ, ਜਿਹੜੀ ਸ਼ਬਦ ਚੋਣ ਆ, ਉਹ ਸਭ ਦਰਸਾ ਰਹੀ ਆ ਕਿ ਕੇਜਰੀਵਾਲ ਕੁਝ ਅਰਸੇ ਬਾਅਦ ਇਹ ਅਨਾਉਂਸ ਕਰ ਦੇਣਗੇ ਕਿ ਮੈਂ ਇਹ ਨਿੱਜੀ ਜ਼ਿੰਮੇਵਾਰੀ ਓੜਦਾ ਹੈ ਕਿ ਮੈਂ ਪੰਜਾਬ ਨੂੰ ਬਿਹਤਰ ਕਰਕੇ ਦੇਵਾਂਗਾ। ਮੈਂ ਚਿਹਰਿਆਂ ਤੇ ਰਿਲਾਈ ਨਹੀਂ ਕਰੂੰਗਾ, ਮੈਂ ਡਿਲੀਵਰ ਕਰੂੰਗਾ। ਔਰ ਉਹ ਸਿੱਖ ਚਿਹਰੇ ਦੀ ਜਿਹੜੀ ਗੱਲ ਕਰਦੇ ਆ, ਉਹ ਕਹਿਣਗੇ ਕਿ ਮੈਨੂੰ ਸਭ ਤੋਂ ਬਿਹਤਰ ਚਿਹਰਾ ਅਜੇ ਤਲਾਸ਼ਣਾ ਹੈ, ਜਦੋਂ ਤੱਕ ਮੈਂ ਇਹ ਚਿਹਰਾ ਲੱਭ ਲੈਣਾ ਹੈ ਉਦੋਂ ਤੱਕ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਹੈ। ਇਹ ਕੁਝ ਦਿਨਾਂ ਤੱਕ ਹੋਣ ਵਾਲਾ ਹੈ। ਸੋ ਭਾਸਕਰ ਸਾਹਿਬ,
ਕੇਜਰੀਵਾਲ ਸਾਹਿਬ ਅਣਐਲਾਨੇ ਤੌਰ ਤੇ ਐਲਾਨੀਆ ਚਿਹਰਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਐਲਾਨ ਚੁੱਕੇ ਨੇ। ਅਗਲੀ ਗੱਲ, ਇਹ ਜਿਹੜਾ ਚੌਪਰ ਉੱਡਿਆ ਅੱਜ ਦਿੱਲੀ ਨੂੰ, ਇਹਦੇ ਤੇ ਜਰਾ ਟਿੱਪਣੀ ਦਿਓ। ਦੇਖੋ, ਚੌਪਰ ਤੇ ਹੁਣ ਹਰ ਦੂਜੇ ਤੀਜੇ ਦਿਨ ਉੱਡਦਾ ਦਿੱਲੀ ਵੱਲ, ਕਿਉਂਕਿ ਜੀ। ਜਦੋਂ ਤੋਂ ਚੰਨੀ ਉਹਨਾਂ ਮੁੱਖ ਮੰਤਰੀ ਬਣੇ ਨੇ, ਏਦਾਂ ਦਾ ਕੋਈ ਹਫ਼ਤਾ ਨਹੀਂ ਲੰਘਿਆ ਜਦ ਉਹ ਦਿੱਲੀ ਨਾ ਗਏ ਹੋਣ। ਔਰ ਜੀ। ਦਿੱਲੀ ਵੀ ਬੁਲਾਵੇ ਤੇ ਜਾਂਦੇ ਨੇ, ਇਹ ਨਹੀਂ ਕਿ ਜੀ। ਵੀ ਕੋਈ ਵਿਆਹ ਜਾਂ ਕੋਈ ਹੋਰ ਕੋਈ ਫੰਕਸ਼ਨ ਤੇ ਜਾਂਦੇ ਹੁਣ। ਦਿੱਲੀ ਦੇ ਵਿੱਚ ਖਬਰ ਆਉਂਦੀ ਹੈ ਵੀ ਰਾਹੁਲ ਗਾਂਧੀ ਨੇ ਬੁਲਾਇਆ, ਚਲੋ ਬੁਲਾਵਾ ਆਇਆ, ਤੇ ਫਿਰ ਉੱਥੇ ਉਹ ਪਹੁੰਚ ਜਾਂਦੇ ਨੇ। ਜੀ। ਉੱਥੇ ਗੱਲਾਂ ਕਿਹੜੀ ਹੁੰਦੀਆਂ, ਨਿਕਲ ਕੇ ਕੱਢਣ ਪਾਣ ਨੂੰ ਕੀ ਹੁੰਦਾ ਹੈ, ਉਹ ਸਾਡੇ ਵਰਗੇ ਬੰਦੇ ਡਿਸਕਸ ਕਰਕੇ ਬਾਅਦ ਚੋਂ ਇਹ ਮਹਿਸੂਸ ਹੁੰਦਾ ਹੈ ਕਿ ਕੱਢਣ ਪਾਣ ਨੂੰ ਕੁਝ ਨਹੀਂ ਸੀ, ਉਹਦੇ ਵਿੱਚ ਕੁਝ ਜੀ। ਵੀ ਨਹੀਂ ਨਿਕਲਿਆ। ਕੀ ਉਹ ਚੰਨੀ ਉਹਨਾਂ ਦੇ ਕੰਨ 'ਚ ਕਿਹਾ, ਸਿੱਧੂ ਉਹਨਾਂ ਦੀ ਤੇ ਚੰਨੀ ਉਹਨਾਂ ਦੀ ਜਿਹੜਾ ਇਹ ਮਨਮੁਟਾਵ ਕਹਿ ਲਓ, ਮਤਭੇਦ ਕਹਿ ਲਓ, 13 ਨੁਕਾਤੀ ਪ੍ਰੋਗਰਾਮ ਦੇ ਉੱਤੇ, 18 ਨੁਕਾਤੀ ਪ੍ਰੋਗਰਾਮ ਦੇ ਉੱਤੇ ਜਿਹੜੇ ਡਿਫਰੈਂਸਿਸ ਹੈਗੇ ਨੇ, ਉਹਨਾਂ ਡਿਫਰੈਂਸਿਸ ਦਾ ਹੱਲ ਭਾਵੇਂ ਸਿੱਧੂ ਰਾਹੁਲ ਗਾਂਧੀ ਉਹਨਾਂ ਨਾਲ ਮਿਲਣ ਜਾਂ ਚੰਨੀ ਮਿਲਣ, ਰੰਧਾਵਾ ਉਹਨਾਂ ਨਾਲ ਮਿਲਣ ਜਾਂ ਹੋਰ ਕੋਈ ਕਾਂਗਰਸੀ ਆਗੂ, ਪਰ ਨਿਕਲਦਾ ਨਜ਼ਰ ਨਹੀਂ ਆ ਰਿਹਾ। ਪਰ ਦੂਜੇ ਪਾਸੇ ਕੁਝ ਖਬਰਾਂ ਇਹ ਵੀ ਕਹਿ ਰਹੀ ਹੈ ਕਿ 1 ਤਰੀਕ ਦੀ ਕੈਬਨਿਟ ਨੂੰ ਉਹ ਆਸ ਜਿਹੜੀ ਪਹਿਲੀ ਕੈਬਨਿਟ ਦੇ ਵਿੱਚ ਸੀਗੀ ਕਿ ਇਹ 13 ਨੁਕਾਤੀ ਜਾਂ 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਕੁਝ ਮੁੱਦੇ ਹੱਲ ਹੋ ਜਾਣਗੇ, ਭਾਵੇਂ ਉਹ ਬਿਜਲੀ ਦੇ ਮੁੱਦੇ ਹੋਣ, ਭਾਵੇਂ ਉਹ ਡਰੱਗ ਦੇ ਮੁੱਦੇ ਹੋਣ, ਭਾਵੇਂ ਉਹ ਬੇਅਦਬੀਆਂ ਨੂੰ ਲੈ ਕੇ ਗੱਲ ਹੋਏ, ਜਾਂ ਫਿਰ ਟੀਚਰਾਂ ਦੀ ਜਾਂ ਹੋਰ ਮੁਲਾਜ਼ਮਾਂ ਦੀ ਨੌਕਰੀਆਂ ਨੂੰ ਪੱਕੀ ਕਰਨ ਦੀ ਗੱਲ ਹੋਏ। ਹੁਣ ਦੇਖੋ, 1 ਤਰੀਕ ਨੂੰ ਵੀ ਆਪਾਂ ਆਸ ਕਰਕੇ ਬੈਠੀਏ ਔਰ ਉਸ ਤੋਂ ਬਾਅਦ ਫੇਰ ਕੁਝ ਨਾ ਨਿਕਲੇ ਤੇ ਸਾਨੂੰ ਆਪਣੀ ਗੱਲ ਵੀ ਕਈ ਵਾਰ ਵਾਪਸ ਲੈਣੀ ਪੈਂਦੀ ਹੈ। ਔਰ ਜ਼ਿਆਦਾਤਰ ਜਦ ਤੋਂ 1 ਮਹੀਨਾ 5 ਦਿਨ ਦੀ ਇਹ ਸਰਕਾਰ ਹੈ, ਇਸ 1 ਮਹੀਨਾ 5 ਦਿਨ ਦੇ ਵਿੱਚ ਵੱਡੇ ਫੈਸਲੇ ਚੰਨੀ ਉਹਨਾਂ ਨੇ ਲਿੱਤੇ ਤੇ ਹੈਗੇ ਆ। ਉਹ ਵੱਡੇ ਫੈਸਲਿਆਂ ਦੇ ਵਿੱਚ ਗੱਲ ਕਰੀਏ ਤੇ 2 ਕਿਲੋਵਾਟ ਤੱਕ ਦੇ ਬਿਜਲੀ ਦੇ ਬਿੱਲ ਮਾਫ ਕਰਨੇ, ਪਿਛਲੇ ਪੈਂਡਿੰਗ ਬਕਾਇਆ ਬਿੱਲ ਉਹ ਵੀ ਮਾਫ ਕਰਨੇ, ਔਰ ਉਸ ਤੋਂ ਇਲਾਵਾ ਬਿਜਲੀ ਦੇ ਰੇਟ ਘੱਟ ਕਰਨੇ, ਬਿਜਲੀ ਦੇ ਪੈਸੇ ਘੱਟ, ਪਾਣੀ ਦੇ ਰੇਟ ਘੱਟ ਕਰਨੇ। ਪਰ ਉਹਨਾਂ ਫੈਸਲਿਆਂ ਦੇ ਰਾਹੀਂ ਉਹ ਕੋਈ ਨੈਰੇਟਿਵ ਸੈੱਟ ਨਹੀਂ ਕਰ ਪਾਏ। ਜਿੱਥੇ ਤੱਕ ਜਿਹੜੇ ਐਲੀਗੇਸ਼ਨਾਂ ਨੂੰ ਲਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ, ਉਹਨਾਂ ਮੁੱਦਿਆਂ ਦੇ ਉੱਤੇ ਨਵੀਂ ਚੰਨੀ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਤੇ ਫਿਰ ਕੈਪਟਨ ਸਾਹਿਬ ਨੂੰ ਹਟਾਉਣ ਦੀ ਲੋੜ ਕੀ ਸੀਗੀ? ਜੇ ਉਹਨਾਂ ਨੂੰ ਹਟਾਉਣਾ ਸੀਗਾ ਇਸ ਕਰਕੇ ਕਿ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ, ਔਰ ਜਦ ਕੈਪਟਨ ਅਮਰਿੰਦਰ ਸਿੰਘ ਮੀਡੀਆ ਦੇ ਸਾਹਮਣੇ ਪਰਸੋਂ ਚੌਥ ਆਉਂਦੇ ਨੇ ਤਾਂ ਇੱਕ ਕਾਗਜ਼ ਦੇ ਲਿਖੇ ਹੋਏ ਕੋਈ 18 ਤੱਕ ਦੀ ਗਿਣਤੀ ਦੇ ਕੁਝ ਪੁਆਇੰਟ ਦਿਖਾ ਦਿੰਦੇ ਨੇ ਵੀ ਆਹ ਹੈਗਾ ਜੀ 18 ਨੁਕਾਤੀ ਪ੍ਰੋਗਰਾਮ, ਤੇ ਇਹ ਮੈਂ ਪੂਰਾ ਕਰ ਚੁੱਕਿਆ, ਤੁਸੀਂ ਦੇਖ ਲੈਣਾ। ਯਾਨੀ ਕੀ ਦੇਖ ਲਓ, ਕਿੱਦਾਂ ਦੇਖ ਲਓ, ਉਹ ਕੋਈ ਗੱਲ ਨਿਕਲ ਕੇ ਆਈ ਨਹੀਂ। ਪਰ ਜੋ ਹਾਲਾਤ ਚੱਲ ਰਹੇ ਨੇ ਉਹਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਕਨਫਿਊਜ਼ਨ ਹੈ, ਉਹ ਕਨਫਿਊਜ਼ਨ ਕਿਸੇ ਨਾ ਕਿਸੇ ਜਗ੍ਹਾ ਕਾਂਗਰਸ ਨੂੰ ਦੂਜੇ ਤੀਜੇ ਨੰਬਰ ਤੇ ਵੀ ਨਜ਼ਰ ਨਹੀਂ ਆਉਣ ਵਾਸਤੇ ਮਜਬੂਰ ਕਰ ਸਕਦੀ ਹੈ। ਇਲੈਕਸ਼ਨ ਜ਼ਿਆਦਾ ਦੂਰ ਨਹੀਂ ਹੈਗੇ, ਪਰ ਇੱਕ ਕਾਂਗਰਸ ਨੂੰ ਐਡਵਾਂਟੇਜ ਹੈਗਾ ਕਿ ਹਜੇ ਜਿਹੜੀ ਪਾਰਟੀ ਇਸ ਕਨਫਿਊਜ਼ਨ ਦਾ ਪੋਲੀਟੀਕਲ ਐਡਵਾਂਟੇਜ ਲੈ ਰਹੀ ਹੈ, ਉਹ ਕਿਸੇ ਨਾ ਕਿਸੇ ਜਗ੍ਹਾ ਨਜ਼ਰ ਹਜੇ ਫਿਲਹਾਲ ਨਹੀਂ ਆ ਰਹੀ। ਔਰ ਕਿਉਂਕਿ ਅਗਰ ਕੇਜਰੀਵਾਲ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ 2 ਦਿਨ ਦੇ ਦੌਰੇ ਦੇ ਵਿੱਚ ਇੱਕ ਬਜ਼ ਤੇ ਕ੍ਰੀਏਟ ਹੁੰਦੀ ਹੈ, ਪਰ ਉਹ ਬਜ਼ ਐਦਾਂ ਦੀ ਨਹੀਂ ਹੈਗੀ ਕਿ ਬਈ ਕੋਈ ਹੋਣ ਵਾਲਾ ਮੁੱਖ ਮੰਤਰੀ ਪੰਜਾਬ ਦੇ ਦੌਰੇ 'ਚ ਆਇਆ। ਪਿਛਲੀ ਵਾਰ ਜਿਹੜਾ ਦੌਰਾ ਉਹਨਾਂ ਦਾ ਜਲੰਧਰ ਦਾ ਸੀਗਾ ਜਾਂ ਲੁਧਿਆਣੇ ਦਾ ਸੀਗਾ, ਉਹਦੇ ਵਿੱਚ ਤੇ ਬਹੁਤੀ ਬਜ਼ ਕ੍ਰੀਏਟ ਹੋਈ ਨਹੀਂ। ਇਸ ਹਾਲਾਤ ਦੇ ਵਿੱਚ ਜੇ ਕਾਂਗਰਸ ਆਪਣੀ ਕਨਫਿਊਜ਼ਨ ਨੂੰ ਛੇਤੀ ਕਿਤੇ ਖਤਮ ਨਹੀਂ ਕਰਦੀ ਤੇ ਫਿਰ ਕਾਂਗਰਸ ਦਾ ਬਹੁਤ ਮੁਸ਼ਕਿਲ ਹੈ। ਭਾਸਕਰ ਸਾਹਿਬ, ਇਹਦੇ ਵਿੱਚ ਇੱਕ ਚੀਜ਼ ਹੋਰ ਨੋਟ ਕਰਨ ਵਾਲੀ ਹੈ ਕਿ ਅਰਵਿੰਦ ਕੇਜਰੀਵਾਲ ਭਾਵੇਂ ਆਪਣੀ ਸ਼ਿਓਰਿਟੀ ਦੇ ਰਹੇ ਆ, ਲੇਕਿਨ ਦੋਵਾਂ ਦੌਰਿਆਂ ਦੇ ਵਿੱਚ ਕੋਈ ਪੰਜਾਬ ਦਾ ਵੱਡਾ ਲੀਡਰ ਉਹਨਾਂ ਦੀ ਪਾਰਟੀ 'ਚ ਸ਼ਾਮਲ ਨਹੀਂ ਹੋਇਆ। ਕੇਜਰੀਵਾਲ ਦੀ ਅਗਵਾਈ 'ਚ ਜਥੇਦਾਰ ਸੇਵਾ ਸਿੰਘ ਸੇਖਵਾਂ ਜਿਹੜੇ ਹੁਣ ਫੌਤ ਹੋ ਚੁੱਕੇ ਆ, ਉਹਨਾਂ ਦੇ ਪੁੱਤਰ ਦੀ ਔਰ ਉਹਨਾਂ ਦੀ ਐਂਟਰੀ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਚਿਹਰਾ, ਉਸ ਤੋਂ ਵੀ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਆਏ ਸੀ, ਉਸ ਤੋਂ ਬਾਅਦ ਸੇਖਵਾਂ ਆਏ, ਅਜੇ ਤੱਕ ਇਸ ਤਰ੍ਹਾਂ ਦੀ ਕੋਈ ਹਵਾ ਨਹੀਂ ਬਣ ਰਹੀ ਕਿ ਲੋਕ ਧੜਾ ਧੜਾ ਆਮ ਆਦਮੀ ਪਾਰਟੀ ਨਾਲ ਜੁੜਦੇ। ਇਸ ਪਾਰਟੀ ਕੋਲ ਟਿਕਟਾਂ ਵੀ ਨੇ, ਸਪੇਸ ਵੀ ਆ ਔਰ ਕੰਮ ਕਰਨ ਲਈ ਉਹਨਾਂ ਕੋਲ ਮਾਕੂਲ ਮਾਹੌਲ ਵੀ ਸੀ। ਪਰ ਜੇ ਲੋਕਾਂ ਦਾ ਇੰਨਾ ਤੇਜ਼ ਤਰਾਰ ਵਹਾਅ ਉਹਨਾਂ ਵੱਲ ਨਹੀਂ, ਤੇ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਅਜੇ ਬਹੁਤ ਪਿੱਛੇ ਹੈ, ਅਜੇ ਉਹਨਾਂ ਨੇ ਬਹੁਤ ਕੁਝ ਕਰਨਾ ਹੈ। ਅਜੇ ਉਹਨਾਂ ਦੇ ਕਰਨ ਲਈ ਜੋ ਕੁਝ ਪਿਆ ਉਹਦੇ ਤੇ ਉਹਨਾਂ ਹੋਮਵਰਕ ਵੀ ਸ਼ੁਰੂ ਨਹੀਂ ਕੀਤਾ। ਇਹ 2 ਦਿਨ ਦੀ ਤੁਹਾਡੀ ਗੱਲ ਠੀਕ ਹੈ ਕਿ ਪਹਿਲੀ ਫੇਰੀ ਵਾਂਗ ਇਹ ਵੀ ਫੇਰੀ ਕੋਈ ਬਹੁਤਾ ਪ੍ਰਭਾਵ ਸਿਰਜ ਨਹੀਂ ਸਕੀ, ਭਾਵੇਂ ਕਿ ਇਹ ਜਾਂਦੇ ਜਾਂਦੇ ਇੱਕ ਸੁਨੇਹਾ ਕੇਜਰੀਵਾਲ ਨੇ ਲਾ ਕੇ ਧੂੜ ਉੱਡਦੀ ਛੱਡਤੀ ਹੈ ਕਿ ਹੁਣ ਦੇਖੀ ਜਾਓ, ਕੱਢੀ ਜਾਓ ਕੀ ਨਿਕਲਦਾ, ਧੁੰਦਲੇ ਚਿਹਰੇ ਪਛਾਣੀ ਜਾਓ।
ਲੇਕਿਨ ਜਿੱਥੋਂ ਤੱਕ ਸਵਾਲ ਤੁਸੀਂ ਕਾਂਗਰਸ ਦਾ ਦੂਜੇ ਤੀਜੇ ਨੰਬਰ ਵਾਲੀ ਗੱਲ ਕਹਿ ਰਹੇ ਹੋ, ਅਜੇ ਤੱਕ ਵੀ ਕਾਂਗਰਸ ਇਹਨਾਂ ਸਾਰੀਆਂ ਅਸਫਲਤਾਵਾਂ ਦੇ ਚੱਲਦਿਆਂ, ਅਕਾਲੀ ਦਲ ਦੀ ਔਰ ਕੇਜਰੀਵਾਲ ਦੀਆਂ ਅਸਫਲਤਾਵਾਂ ਦੇ ਚੱਲਦਿਆਂ ਨੰਬਰ 1 ਬਣੀ ਹੋਈ ਹੈ। ਚਰਚਾ ਵੀ ਸਭ ਤੋਂ ਵੱਧ ਉਹਦੀ ਆ, ਲੜਾਈਆਂ ਵੀ ਉਹਦੀਆਂ ਹੀ ਗੱਲਾਂ ਨੇ, ਔਰ ਖਬਰ ਸਭ ਤੋਂ ਜ਼ਿਆਦਾ ਜਿੱਥੇ ਬਣ ਰਹੀ ਹੁੰਦੀ ਆ ਉੱਥੇ ਹੀ ਚੈਨਲ ਤੇ ਮੀਡੀਆ ਤੇ ਅਖਬਾਰਾਂ ਜਾਂਦੀਆਂ ਨੇ। ਸੋ ਅਜੇ ਵੀ ਕਾਂਗਰਸ ਜੇਕਰ ਠੀਕ ਟਰੈਕ ਤੇ ਚੱਲਦੀ ਹੈ ਤਾਂ ਉਹਨੂੰ ਐਡਵਾਂਟੇਜ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹੈ ਕਿ ਅਜੇ ਤੱਕ 30 35 40 ਸੀਟਾਂ ਤੋਂ ਉੱਪਰ ਕੋਈ ਵੀ ਪਾਰਟੀ ਜਾਂਦੀ ਨਹੀਂ ਦਿਸ ਰਹੀ। ਕੋਈ ਹੱਦ ਤੋਂ ਵੱਧ 45 40 45 ਸੀਟਾਂ ਤੱਕ ਕਾਂਗਰਸ ਦਾ ਨਜ਼ਰ ਆਉਂਦਾ ਹੈ, 30 35 ਤੱਕ ਅਕਾਲੀ ਦਲ ਤੁਰਿਆ ਫਿਰਦਾ ਹੈ। ਔਰ ਜੇ ਤੁਸੀਂ ਅੱਜ ਜ਼ਮੀਨ ਤੇ ਜਾ ਕੇ ਦੇਖੋ ਤੇ ਕਿਸੇ ਦੇ ਹੱਕ 'ਚ ਹਵਾ ਨਹੀਂ ਗਈ। ਆਉਂਦੇ ਦਿਨਾਂ 'ਚ ਗ੍ਰਾਫ ਕਾਂਗਰਸ ਦਾ ਡਿੱਗਣਾ ਹੈ, ਅਕਾਲੀ ਦਲ ਦਾ ਉੱਠ ਨਹੀਂ ਰਿਹਾ। ਅਕਾਲੀ ਦਲ ਵਾਲੇ ਅੱਜ ਵਾਘਿਓ ਅੰਮ੍ਰਿਤਸਰ ਤੱਕ ਇੱਕ ਰੈਲੀ ਕੱਢ ਰਹੇ BSF ਵਾਲੇ ਫੈਸਲੇ ਦੇ ਖਿਲਾਫ। ਮੈਂ ਇਹਦੇ ਤੇ ਵੀ ਤੁਹਾਡੀ ਟਿੱਪਣੀ ਲੈਣੀ ਆ ਕਿ ਕੀ ਸੈਂਟਰਲ ਸਟੇਟ ਸਬੰਧਾਂ ਦੇ ਮਾਮਲੇ 'ਚ ਪਹਿਲਾਂ ਅਕਾਲੀ ਦਲ ਕਦੇ ਨਹੀਂ ਬੋਲਿਆ। ਅਕਾਲੀ ਦਲ ਦੇ ਸਾਹਮਣੇ ਧਾਰਾ 370 ਦੇ ਜ਼ਿਕਰ ਹੋਏ, ਅਕਾਲੀ ਦਲ ਦੇ ਸਾਹਮਣੇ ਬਹੁਤ ਸਾਰੇ ਮਾਮਲਿਆਂ 'ਚ ਫੈਸਲੇ ਕੇਂਦਰ ਨੇ ਕੀਤੇ ਔਰ ਉੱਥੇ ਅਕਾਲੀ ਦਲ ਪਿੱਛੇ ਰਹਿ ਗਿਆ। ਲੇਕਿਨ ਅੱਜ ਉਹ ਆਪਣੀ ਸ਼ਾਖ ਬਚਾਉਣ ਲਈ, ਪੰਜਾਬ ਦੇ ਹਿੱਤਾਂ 'ਚ ਲੜਦਾ ਹੋਇਆ ਦਿਸਣ ਲਈ ਆਖਰੀ ਯਤਨ ਕਰ ਰਿਹਾ, ਆਖਰੀ ਹੰਬਲਾ ਮਾਰ ਰਿਹਾ। ਇਹਦੇ ਤੇ ਵੀ ਟਿੱਪਣੀ ਦੇ ਦਿਓ। ਹਾਲਾਂਕਿ ਇਹ ਲੜਾਈ ਜਾਇਜ਼ ਆ, ਇਹ ਲੜਾਈ ਲੜੀ ਜਾਣੀ ਚਾਹੀਦੀ ਆ। ਸੈਂਟਰ ਨੂੰ ਸਟੇਟਾਂ ਨੂੰ ਪੁੱਛੇ ਬਿਨਾਂ ਕੋਈ ਫੈਸਲੇ ਸੂਬਿਆਂ ਦੇ ਮਾਮਲੇ 'ਚ ਨਹੀਂ ਲੈਣੇ ਚਾਹੀਦੇ। ਇਹੀ ਫੈਡਰਲ ਢਾਂਚੇ ਦੀ ਰੂਹ ਲਈ ਜ਼ਰੂਰੀ ਹੈ। ਰੰਧਾਵਾ ਜੀ, ਸੈਂਟਰ ਸਟੇਟ ਰਿਲੇਸ਼ਨਸ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਤਦੋਂ ਤੋਂ ਕੋਈ ਨਾ ਕੋਈ ਢਾਹ, ਖਾਸ ਕਰਕੇ ਜਿਹੜੀ ਨਾਨ BJP ਸਟੇਟਸ ਹੈਗੀਆਂ, ਉਹਦੇ ਨਾਲ ਕੋਈ ਨਾ ਕੋਈ ਪੇਚ ਫਸਿਆ ਗਿਆ। ਪਿੱਛੇ ਜਿਹੜੇ ਕ੍ਰਿਸ਼ੀ ਕਾਨੂੰਨ ਬਣੇ ਸੀਗੇ, ਖੇਤੀਬਾੜੀ ਦੇ ਕਾਨੂੰਨ ਬਣੇ ਸੀਗੇ, ਇਹ ਸਾਫ਼-ਸਾਫ਼ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਖੇਤੀਬਾੜੀ ਸਟੇਟ ਦਾ ਸਬਜੈਕਟ ਹੈ। ਉਸ ਮੁੱਦੇ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਉਹ ਕੇਂਦਰ ਸਰਕਾਰ ਨੂੰ ਨਹੀਂ ਹੈਗਾ। ਪਰ ਕੇਂਦਰ ਸਰਕਾਰ ਨੇ ਖੇਤੀਬਾੜੀ ਦਾ ਨਾਂ ਲਿੱਤੇ ਬਗੈਰ ਉਹਨਾਂ ਨੇ ਕਿਹਾ ਕਿ ਆਪਾਂ ਕਾਰਪੋਰੇਟ ਸੈਕਟਰ ਵਾਸਤੇ ਕੋਈ ਕਾਨੂੰਨ ਬਣਾ ਰਹੇ ਹਾਂ, ਬਿਜ਼ਨਸ ਵਾਸਤੇ। ਉਹ ਵੀ ਆਪਣੇ ਆਪ ਵਿੱਚ ਇੱਕ ਇਲੀਗਲ ਇੰਟਰਵੈਂਸ਼ਨ ਸੀਗੀ, ਕਿਉਂਕਿ ਕਨਕਰੈਂਟ ਲਿਸਟ ਦੇ ਵਿੱਚ ਜਿਹੜੇ ਸਬਜੈਕਟਸ ਹੁੰਦੇ ਨੇ, ਖੇਤੀਬਾੜੀ ਦਾ ਵਿਸ਼ਾ ਵੀ ਉਸ ਤੋਂ ਕਾਫੀ ਦੂਰ ਹੈਗਾ। ਹੁਣ ਜਿਹੜਾ ਸਿਕਿਉਰਿਟੀ ਜਾਂ ਲਾਅ ਐਂਡ ਆਰਡਰ, ਉਹ ਵੀ ਇੱਕ ਸਟੇਟ ਸਬਜੈਕਟ ਹੈ। ਉਹਦੇ ਵਿੱਚ ਵੀ BSF ਨੂੰ 50 ਕਿਲੋਮੀਟਰ ਦਾ ਏਰੀਆ ਉਹਦੀ ਜੁਰਿਸਡਿਕਸ਼ਨ ਵਧਾ ਦੇਣਾ, ਇਹ ਵੀ ਆਪਣੇ ਆਪ ਵਿੱਚ ਸੈਂਟਰ ਸਟੇਟ ਰਿਲੇਸ਼ਨਸ ਨੂੰ ਖਤਮ ਕਰਨ ਵਾਲੀ ਗੱਲ ਹੈਗੀ ਹੈ, ਸੈਂਟਰ ਸਟੇਟ ਰਿਲੇਸ਼ਨ ਨੂੰ ਹਿੱਟ ਕਰਨ ਵਾਲੀ ਗੱਲ ਹੈਗੀ ਹੈ। ਇਸ ਮੁੱਦੇ ਤੇ ਕਨਸਟੀਟਿਊਸ਼ਨਲੀ ਵੱਖ-ਵੱਖ ਸਰਕਾਰਾਂ ਨੂੰ, ਵੱਖ-ਵੱਖ ਪੋਲੀਟੀਸ਼ੀਅਨਸ ਨੂੰ, ਆਲ ਪਾਰਟੀਜ਼ ਨੂੰ, ਚਲੋ ਹੁਣ ਇਹ ਪੰਜਾਬ ਦੇ ਵਿੱਚ ਇੱਕ ਚੰਗੀ ਗੱਲ ਹੋਈ ਹੈ, 8 ਨਵੰਬਰ ਦਾ ਇੱਕ ਸੈਸ਼ਨ ਬੁਲਾ ਲਿੱਤਾ ਗਿਆ। ਗੱਲ ਇਹ ਨਹੀਂ ਕਿ BSF ਦਾ ਜਿਹੜਾ 50 ਕਿਲੋਮੀਟਰ ਦਾ ਏਰੀਆ ਵਧਣ ਤੋਂ ਬਾਅਦ ਇੰਟਰਨਲ ਸਿਕਿਉਰਿਟੀ ਕਿੰਨੀ ਕੁ ਹੈਂਪਰ ਹੋਏਗੀ, ਐਕਸਟਰਨਲ ਸਿਕਿਉਰਿਟੀ ਕਿੰਨੀ ਕੁ ਵੱਧ ਹੋਏਗੀ। ਗੱਲ ਤੇ ਇਹ ਵੇ ਕਿ ਜਦ ਤੁਸੀਂ ਕਿਸੇ ਦੇ ਘਰ ਦੇ ਅੰਦਰ ਜਾਣ ਦਾ ਹੱਕ ਪ੍ਰਾਪਤ ਕਰ ਲੈਂਦੇ ਹੋ ਤੇ ਉਹਦੇ ਵਿੱਚ ਪੰਜਾਬ ਦੇ ਵਿੱਚ ਪਹਿਲੇ ਵੀ ਬੜੀ ਨਜਾਇਜ਼ ਗੱਲਾਂ ਹੋਈਆਂ। ਚਲੋ ਅੱਤਵਾਦ ਪੰਜਾਬ ਪੁਲਿਸ ਨੇ ਖਤਮ ਕੀਤਾ ਹੈ, ਪਰ ਉਹਦੇ ਵਿੱਚ ਕੁਝ ਗੱਲਾਂ ਏਦਾਂ ਦੀ ਵੀ ਹੋਈ ਸੀ ਜਿਹਦੇ ਕਰਕੇ ਅੱਜ ਤੱਕ ਪੁਲਸੀਆਂ ਦੇ ਖਿਲਾਫ ਕੇਸ ਚੱਲਦੇ ਪਏ ਨੇ। ਪਰ ਏਦਾਂ ਦੇ ਹਾਲਾਤ ਵਿੱਚ ਇਹ ਬਿਲਕੁਲ ਵੀ ਠੀਕ ਨਹੀਂ ਹੈਗਾ ਕਿ ਪੰਜਾਬ ਵਰਗਾ ਇੱਕ ਵੱਡਾ ਸੂਬਾ, ਉਹ ਜਿਹੜਾ ਬਾਰਡਰ ਸਟੇਟ ਹੈਗੀ ਹੈ, ਉਹਦੇ ਵਿੱਚ 50 ਕਿਲੋਮੀਟਰ ਦਾ ਏਰੀਆ BSF ਨੂੰ ਦੇ ਦੇਣਾ। ਇਹਦੇ ਉੱਤੇ ਫਿਲਹਾਲ ਤੇ ਹੋ ਰਹੀ ਹੈ ਰਾਜਨੀਤੀ, ਪਰ ਰੀਅਲ ਮੁੱਦੇ ਨੂੰ ਕੋਈ ਟੱਚ ਨਹੀਂ ਕਰ ਰਿਹਾ। ਇਹ ਕੈਪਟਨ ਅਮਰਿੰਦਰ ਸਿੰਘ ਨੇ ਪਰਸੋਂ 20 ਮਿੰਟ ਲਾਏ ਇਸ ਗੱਲ ਨੂੰ ਸਮਝਾਉਣ ਵਾਸਤੇ ਕਿ ਵੀ ਡਰੋਨ ਆ ਰਹੇ ਨੇ, ਉਹਨਾਂ ਡਰੋਨ ਨੂੰ ਕੰਟਰੋਲ ਕਰਨ ਵਾਸਤੇ ਲੋੜ ਹੈਗੀ ਹੈ ਕਿ ਪੰਜਾਬ ਦੇ ਵਿੱਚ BSF ਨੂੰ ਲਾਇਆ ਜਾਏ। ਪਰ ਤੁਸੀਂ ਇਹ ਦੇਖੋ ਕਿ ਜਦ ਕੈਪਟਨ ਅਮਰਿੰਦਰ ਸਿੰਘ ਆਪ ਮੁੱਖ ਮੰਤਰੀ ਸੀਗੇ ਤਦ ਉਹਨਾਂ ਨੇ ਇਹ ਗੱਲਾਂ ਕਦੀ ਵੀ ਨਹੀਂ ਕੀਤੀ ਸੀ। ਹੁਣ ਮੁੱਖ ਮੰਤਰੀ ਨਹੀਂ ਰਹੇ ਔਰ BJP ਨੂੰ ਚੋਰ ਦਰਵਾਜ਼ੇ ਦੇ ਵਿੱਚ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਵਰਗੀ ਸਟੇਟ ਬਣਾਉਣ ਦਾ ਇਹ ਗੱਲਾਂ ਚੱਲ ਰਹੀ ਹੈ। ਤੇ ਲਾਅ ਐਂਡ ਆਰਡਰ ਦੇ ਮੁੱਦੇ ਤੇ, ਖੇਤੀਬਾੜੀ ਦੇ ਮੁੱਦੇ ਤੇ ਐਕਸ਼ਨ ਜਿਹੜਾ ਕੇਂਦਰ ਸਰਕਾਰ ਨੇ ਲਿੱਤਾ ਉਹ ਸਿੱਧਾ ਸੂਬਿਆਂ ਦੇ ਇਖਤਿਆਰ ਦੇ ਵਿੱਚ ਇੰਟਰਵੈਂਸ਼ਨ ਹੈ। ਬਿਲਕੁਲ ਠੀਕ ਹੈ, ਲੇਕਿਨ ਇਹਦੀ ਜੇ ਟੈਕਨੀਕਲਿਟੀਜ਼ ਸ਼ਾਇਦ ਸਾਹਮਣੇ ਆਉਣੀਆਂ ਬਾਕੀ ਹੈ ਕਿ BSF ਕੋਲ ਅਖਤਿਆਰਾਤ ਕਿਹੜੇ ਆ। ਮੈਨੂੰ ਕੋਈ ਆਰਮੀ ਨਾਲ ਸੰਬੰਧਿਤ ਸਾਬਕਾ ਅਫੀਸਰ ਇਹ ਦੱਸ ਰਹੇ ਸੀਗੇ ਕਿ ਅਜੇ ਵੀ ਪ੍ਰਮੁੱਖ ਤੌਰ ਤੇ ਪਰਚੇ ਦਰਜ ਕਰਨ ਤੋਂ ਲੈ ਕੇ ਸਾਰੀਆਂ ਕਾਰਵਾਈਆਂ ਜਿਹੜੀਆਂ ਉਹ ਪੁਲਿਸ ਕੋਲ ਹੀ ਹੈ।
ਬੀਐਸਐਫ ਵੱਧ ਤੋਂ ਵੱਧ 24 ਘੰਟੇ ਲਈ ਕਿਸੇ ਨੂੰ ਡਿਟੇਨ ਕਰ ਸਕਦੀ ਹੈ, ਪੁੱਛਗਿੱਛ ਕਰ ਸਕਦੀ ਹੈ, ਲੇਕਿਨ ਜੇ ਕਿਤੇ ਕਿਸੇ ਦੇ ਖਿਲਾਫ ਪਰਚਾ ਦਰਜ ਕਰਨਾ ਹੈ ਤਾਂ ਉਹ ਪੁਲਿਸ ਕੋਲ ਹੀ ਜਾਣਾ ਪਏਗਾ। ਔਰ ਇਹਦੇ ਉੱਤੇ ਬਹੁਤ ਸਾਰੀਆਂ ਅਜੇ ਸਪਸ਼ਟੀਕਰਨ ਆਉਣੇ ਨੇ, ਹੁਣੇ ਬਣਦੇ ਵੀ ਆ ਕਿ ਉਹਨਾਂ ਕੋਲ ਕੀ ਅਖਤਿਆਰਾਤ ਹੋਣਗੇ, ਉਹ ਕਿੰਨਾ ਕਿੰਨਾ ਮਾਮਲਿਆਂ 'ਚ ਦਖਲ ਦੇ ਸਕਣਗੇ। ਇਹ ਸਵਾਲ ਬੜੇ ਅਹਿਮ ਆ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਇਸ ਖੇਤਰ ਦੇ ਮਾਹਿਰ ਆ ਉਹਨਾਂ ਨਾਲ ਇੱਕ ਡਿਬੇਟ 'ਚ ਵੀ ਆਵਾਂਗੇ। ਲੇਕਿਨ ਮੈਂ ਜ਼ਰੂਰ ਇਹ ਜਾਂਦਾ ਜਾਂਦਾ ਕਹੂੰਗਾ ਕਿ ਜਦੋਂ ਕੇਜਰੀਵਾਲ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੇ ਆ ਤੇ ਅੱਜ ਸਾਡੇ ਭਾਸਕਰ ਸਾਹਿਬ ਸਟੂਡੀਓ ਤੋਂ ਬਾਹਰ ਨੇ, ਔਰ ਸਟੂਡੀਓ ਤੋਂ ਬਾਹਰ ਨੇ, ਤੁਸੀਂ ਪਿੱਛੇ ਪਿੱਛੇ ਕੁਝ ਆਵਾਜ਼ਾਂ ਵੀ ਸੁਣਦੇ ਹੋਵੋਗੇ, ਕੁਝ ਅਨਪ੍ਰੋਫੈਸ਼ਨਲ ਜਿਹਾ ਤੁਹਾਨੂੰ ਲੱਗਦਾ ਹੋਊਗਾ, ਲੇਕਿਨ ਭਾਸਕਰ ਸਾਹਿਬ ਵੀ ਇੱਕ ਕਾਰੋਬਾਰ ਚਲਾਉਂਦੇ ਆ। ਉੱਥੇ ਜਾਂਦੇ ਜਾਂਦੇ ਕੋਈ ਨਕਾਬਪੋਸ਼ ਸੰਨ ਮਾਰ ਕੇ ਕਿਸੇ ਦਾ ਲੈਪਟਾਪ ਚੁੱਕ ਕੇ ਲੈ ਗਏ ਬਾਹਰੋਂ, ਇਹ ਵੀ FIR ਦਰਜ ਕਰਾ ਰਹੇ ਸੀ। ਇੱਕ ਦੇਰ ਪਹਿਲਾਂ ਇੱਕ ਵਾਰੀ ਮੇਰੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀਗੀ। ਨੋ ਡਾਊਟ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤਾਂ ਹੈਗੀ ਆ, ਸਨੈਚਿੰਗ ਤੋਂ ਲੈ ਕੇ ਬਹੁਤ ਸਾਰੇ ਮਸਾਇਲ ਜਿਹੜੇ ਐਡਰੈਸ ਹੋਣੇ ਆ ਸਰਕਾਰਾਂ ਨੂੰ, ਔਰ ਖਾਸ ਤੌਰ ਤੇ ਪੁਲਿਸ ਅਫਸਰਸ਼ਾਹੀ ਨੂੰ ਚਾਹੀਦਾ ਹੈ ਕਿ ਨੱਥ ਪਾਉਣ ਤਾਂ ਕਿ ਪੰਜਾਬ ਦੇ ਵਿੱਚ ਰਹਿਣ ਲਈ ਲੋਕਾਂ ਦਾ ਵਿਸ਼ਵਾਸ ਬਣਿਆ ਰਵੇ, ਸੁਰੱਖਿਆ ਯਕੀਨੀ ਬਣਾਈ ਜਾਵੇ। ਭਾਸਕਰ ਸਾਹਿਬ, ਤੁਸੀਂ ਬਾਕੀ ਕੰਮਕਾਜ ਨਿਪਟਾ ਲਓ, ਅੱਜ ਤਾਂ ਤੁਹਾਨੂੰ ਖਿੱਚ ਕੇ ਲਿਆਉਣਾ ਪਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।